ਆਨੰਦਮਈ ਜੀਵਨ ਕਿਵੇਂ ਜੀਵੀਏ। ਆਰਥਿਕ ਪਹਿਲੂ। ਇਸ ਤੋਂ ਪਹਿਲਾਂ ਐਪੀਸੋਡ 1 ਵਿੱਚ ਆਪਾਂ ਗੁਰੂ ਸਾਹਿਬ ਜੀ ਤੋਂ ਇਹ ਸਿੱਖ ਚੁੱਕੇ ਹਾਂ ਕਿ ਆਨੰਦਮਈ ਜੀਵਨ ਜਿਉਣ ਲਈ ਹਰ ਮਨੁੱਖ ਨੂੰ ਆਪਣੇ ਮਨ ਦੀ ਘਾੜਤ ਗੁਰਬਾਣੀ ਅਨੁਸਾਰ ਕਰਕੇ ਰੱਬੀ ਗੁਣ ਲੈ ਕੇ ਵਿਕਾਰਾਂ ਦੀ ਮੈਲ ਮਨ ਤੋਂ ਲਾਹ ਕੇ ਮਾਨਸਿਕ ਤੌਰ 'ਤੇ ਇੱਕ ਸੰਪੂਰਨ ਪਰਸਨੈਲਿਟੀ ਬਣਾ ਕੇ ਰੱਬ ਨਾਲ ਮੇਲ ਕਰਨਾ ਹੈ ਅਤੇ ਸੁਖੀ ਜੀਵਨ ਜਿਉਣਾ ਹੈ। ਮਨ ਸਾਡੇ ਤਨ ਦਾ ਡਰਾਈਵਰ ਹੈ। ਡਰਾਈਵਰ ਭਾਵੇਂ ਭਾਈ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਜੇਕਰ ਤਨ ਰੂਪੀ ਗੱਡੀ ਠੀਕ ਨਹੀਂ ਤਾਂ ਮੰਜ਼ਿਲ 'ਤੇ ਪਹੁੰਚਣਾ ਬੜਾ ਔਖਾ ਹੁੰਦਾ ਹੈ। ਆਨੰਦਮਈ ਜੀਵਨ ਜਿਉਣਾ ਔਖਾ ਹੁੰਦਾ ਹੈ। ਇਸ ਤਨ ਨੂੰ ਠੀਕ ਠਾਕ ਰੱਖਣ ਲਈ ਰੋਟੀ, ਕੱਪੜਾ ਅਤੇ ਮਕਾਨ ਦੀਆਂ ਬੁਨਿਆਦੀ ਸਹੂਲਤਾਂ ਚਾਹੀਦੀਆਂ ਹਨ। ਗੁਰੂ ਸਾਹਿਬ ਜੀ ਨੇ ਇਹਨਾਂ ਸਹੂਲਤਾਂ ਨੂੰ ਰਿਜ਼ਕ ਕਿਹਾ ਹੈ ਅਤੇ ਤਕਰੀਬਨ 40 ਵਾਰ ਤੋਂ ਵੱਧ ਇਹ ਸ਼ਬਦ ਰਿਜ਼ਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਰਾਗ ਗੁਜਰੀ ਮਹੱਲਾ 5ਵਾਂ ਵਿੱਚ ਗੁਰੂ ਸਾਹਿਬ ਦੱਸਦੇ ਨੇ, ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰਜਿਓ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਇਸ ਸ਼ਬਦ ਅਤੇ ਰਿਜ਼ਕ ਨਾਲ ਹੋਰ ਸੰਬੰਧਿਤ ਸ਼ਬਦਾਂ ਦਾ ਭਾਵ ਇੱਕ ਹੀ ਹੈ ਕਿ ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਰਿਜ਼ਕ ਪੜਾਉਂਦਾ ਹੈ। ਜਿੰਨੇ ਵੀ ਜੀਵ ਉਸਨੇ ਪੈਦਾ ਕੀਤੇ ਹਨ, ਉਹਨਾਂ ਦੀ ਰੋਜ਼ੀ ਦਾ ਪ੍ਰਬੰਧ ਉਸ ਰੱਬ ਨੇ ਜਲ, ਥਲ ਅਤੇ ਹਵਾ ਵਿੱਚ ਇੰਨੀ ਕੁ ਸਾਧਨਾ ਨਾਲ ਕੀਤਾ ਹੋਇਆ ਹੈ ਕਿ ਸਾਰੀ ਬਨਸਪਤੀ ਅਤੇ ਜੀਵ ਜੰਤੂਆਂ ਦੀ ਲੋੜ ਤੋਂ ਕਿਤੇ ਜ਼ਿਆਦਾ ਹੈ। ਭਾਈ ਵਰਲਡ ਬੈਂਕ ਦੇ 2018 ਵਿੱਚ ਇੱਕ ਰਿਪੋਰਟ ਦਿੱਤੀ ਹੈ, ਵਰਲਡ ਬੈਂਕ ਡਾਟਾ 2018, ਜਿਸ ਵਿੱਚ ਸਾਲ 2011 ਨੂੰ ਆਧਾਰ ਮੰਨਦਿਆਂ ਪਰਚੇਜ਼ਿੰਗ ਪਾਵਰ ਪੈਰਿਟੀ $1.90 ਪ੍ਰਤੀ ਦਿਨ ਰੱਖੀ ਗਈ ਸੀ। ਉਸ ਰਿਪੋਰਟ ਦੇ ਅਨੁਸਾਰ ਸੰਸਾਰ ਵਿੱਚ 10% ਲੋਕ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੇ ਨੇ। ਭਾਈ ਜੇਕਰ ਰੱਬ ਨੇ ਸਾਰਿਆਂ ਵਾਸਤੇ ਰੋਜ਼ੀ ਦਾ ਪ੍ਰਬੰਧ ਕੀਤਾ ਹੈ ਤਾਂ ਸੰਸਾਰ ਦੇ 10% ਲੋਕ ਅਤ ਗਰੀਬ ਕਿਉਂ ਹਨ? ਉਹਨਾਂ ਨੂੰ ਭਾਈ 2 ਵਕਤ ਦੀ ਰੋਟੀ ਵੀ ਨਹੀਂ ਮਿਲਦੀ। ਉਹ ਤਾਂ ਹਰ ਵਕਤ ਫਿਕਰਾਂ ਵਿੱਚ ਪੈ ਰਹਿੰਦੇ ਹਨ ਅਤੇ ਹੋਰ ਬੁਨਿਆਦੀ ਸਹੂਲਤਾਂ ਤੋਂ ਸੱਖਣੇ। ਸੰਸਾਰ ਪੱਧਰ 'ਤੇ ਵੇਖਿਆ ਜਾਵੇ ਨਾ ਤਾਂ ਪਤਾ ਲੱਗਦਾ ਹੈ ਕਿ ਅਤ ਗਰੀਬ ਹਰ ਦੇਸ਼ ਵਿੱਚ ਨੇ, ਭਾਵੇਂ ਉੱਥੇ ਅਰਥ ਵਿਵਸਥਾ ਕੈਪੀਟਲਿਜ਼ਮ ਹੈ, ਕਮਿਊਨਿਜ਼ਮ ਹੈ ਜਾਂ ਵਿੱਚ ਵਿਚਾਲੇ ਵਾਲੀ ਆ ਜਿਹੜੀ ਸੋਸ਼ਲਿਜ਼ਮ ਹੈ। ਭਾਈ ਆਹ ਸੰਸਾਰ ਦੇ 10% ਲੋਕ ਅਤ ਗਰੀਬ ਕਿਉਂ ਨੇ? ਹੁਣੇ CIA ਦੁਆਰਾ ਪ੍ਰਕਾਸ਼ਿਤ ਦਾ ਵਰਲਡ ਫੈਕਟ ਬੁੱਕ ਰਿਪੋਰਟ, ਉਸ ਦੇ ਅਨੁਸਾਰ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੇ ਲੋਕਾਂ ਦੀ ਗਿਣਤੀ ਪਾਕਿਸਤਾਨ ਵਿੱਚ 29%, ਭਾਰਤ ਵਿੱਚ 21.9%, ਅਤੇ ਸਭ ਤੋਂ ਹੈਰਾਨੀ ਵਾਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਵਿਕਸਿਤ ਦੇਸ਼ ਜਿਹੜੇ ਨੇ ਜਿਵੇਂ UK ਹੈ, ਉਹਦੇ ਵਿੱਚ 15%, ਰੂਸ ਵਿੱਚ 13.3%, ਅਮਰੀਕਾ ਵਿੱਚ 11.8%, ਕੈਨੇਡਾ ਵਿੱਚ 9.4% ਅਤੇ ਚੀਨ ਵਿੱਚ 3.3% ਦੱਸੀ ਗਈ ਹੈ ਜਿਹੜੇ ਲੋਕ ਗਰੀਬੀ ਰੇਖਾ ਤੋਂ ਵੀ ਥੱਲੇ ਜੀਵਨ ਬਸਰ ਕਰ ਰਹੇ ਨੇ। ਅਤੇ ਭਾਈ ਇੱਕ ਹੋਰ ਰਿਪੋਰਟ ਆਮਦਨ ਦੀ ਗੈਰ ਬਰਾਬਰ ਵੰਡ ਬਾਰੇ ਵੇਖੋ। ਵਰਲਡ ਇਨਇਕੁਐਲਿਟੀ ਡਾਟਾਬੇਸ ਸੰਸਥਾ ਹੈ ਅਤੇ ਉਹਨੇ ਆਪਣੀ ਵੈਬਸਾਈਟ WID.world ਉੱਪਰ ਦਿੱਤੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਟੌਪ 10 ਨੈਸ਼ਨਲ ਇਨਕਮ ਸ਼ੇਅਰ ਅਕਰੋਸ ਦਾ ਵਰਲਡ 2016 ਰਿਪੋਰਟ। ਇਹਦੇ ਵਿੱਚ ਵੱਖ-ਵੱਖ ਦੇਸ਼ਾਂ ਅਤੇ ਦੁਨੀਆ ਦੇ ਹਿੱਸਿਆਂ ਨੂੰ ਇਕੱਠਿਆਂ ਕਰਕੇ
ਜਿਹੜੇ ਉੱਪਰਲੇ 10% ਅਮੀਰ ਲੋਕ ਨੇ ਉਹਨਾਂ ਦੀ ਦੇਸ਼ ਦੀ ਕੁੱਲ ਆਮਦਨ ਵਿੱਚ, ਦੇਸ਼ ਦੀ ਕੁੱਲ ਕੌਮੀ ਆਮਦਨ ਵਿੱਚ ਹਿੱਸਾ ਵੇਖ ਕੇ ਭਾਈ ਅਸੀਂ ਤਾਂ ਹੈਰਾਨ ਹੋ ਜਾਂਦੇ ਹਾਂ ਕਿ ਬਾਕੀ 90% ਲੋਕਾਂ ਵਿਚਾਰਿਆਂ ਨੂੰ ਕੀ ਮਿਲਦਾ ਹੈ। ਆਹ ਵੇਖੋ, ਦੇਸ਼ ਵੇਖੋ ਅਤੇ ਉੱਪਰਲੇ 10% ਲੋਕਾਂ ਦਾ ਹਿੱਸਾ ਵੇਖੋ। ਬ੍ਰਾਜ਼ੀਲ ਅਤੇ ਭਾਰਤ, ਇਹਨਾਂ ਦੋਵਾਂ ਮੁਲਕਾਂ ਵਿੱਚ ਉੱਪਰਲੇ 10% ਜਿਹੜੇ ਲੋਕ ਨੇ ਨਾ, ਉਹਨਾਂ ਦਾ ਕੌਮੀ ਆਮਦਨ ਵਿੱਚ 55%, ਯਾਨੀ ਉੱਪਰਲੇ 10% ਜਿਹੜੇ ਲੋਕ ਨੇ ਉਹਨਾਂ ਦਾ ਕੌਮੀ ਆਮਦਨ ਵਿੱਚ 55% ਹਿੱਸਾ, ਅਤੇ ਬਾਕੀ 90 ਬੰਦਿਆਂ ਕੋਲ ਕੀ ਬਚਿਆ? 45%। ਯੂਰਪ ਵਿੱਚ ਇਹ ਹਿੱਸਾ 37% ਹੈ। ਚੀਨ ਅਤੇ ਰੂਸ, ਆ ਲਓ ਇੱਕ ਹੋਰ ਗੱਲ ਹੈਰਾਨੀ ਵਾਲੀ ਹੈ ਕਿ ਇਹਨਾਂ ਦੋਨਾਂ ਮੁਲਕਾਂ ਵਿੱਚ ਕਮਿਊਨਿਜ਼ਮ ਵਿਵਸਥਾ ਹੈ। ਦੋਨੋਂ ਮੁਲਕ ਰੂਸ ਅਤੇ ਚੀਨ, ਅਤੇ ਚੀਨ ਵਿੱਚ 41% ਅਤੇ ਰੂਸ ਵਿੱਚ 46% ਹਿੱਸਾ ਜਿਹੜਾ ਹੈ ਉੱਪਰਲੇ 10% ਲੋਕਾਂ ਕੋਲ ਹੈ। ਅਮਰੀਕਾ ਵਿੱਚ 47% ਹੈ, ਕੈਨੇਡਾ ਵਿੱਚ 47%, ਅਫਰੀਕਨ ਮੁਲਕ ਸਮੂਹ ਉੱਧਰ 54% ਹਿੱਸਾ ਜਿਹੜਾ ਹੈ ਉੱਪਰਲੇ 10% ਲੋਕਾਂ ਦੇ ਕੋਲ ਹੈ। ਅਤੇ ਭਾਈ ਇੱਕ ਹੋਰ ਰਿਪੋਰਟ ਵੇਖੋ ਜਿਹੜੀ ਧਨ ਦੌਲਤ ਦੀ ਗੈਰ ਬਰਾਬਰ ਵੰਡ ਬਾਰੇ ਦੱਸਦੀ ਹੈ। ਧਨ ਦੌਲਤ, ਵੈਲਥ ਜਿਹੜੀ ਹੁੰਦੀ ਹੈ। ਇੱਕ ਸੰਸਥਾ ਹੈ ਕ੍ਰੈਡਿਟ ਸਵੀਸ, ਇੱਕ ਫਾਈਨੈਂਸ਼ੀਅਲ ਐਡਵਾਈਜ਼ਰੀ ਸੰਸਥਾ ਹੈ। ਇਸ ਦੇ 2019 ਦੇ ਇੱਕ ਸਰਵੇਖਣ ਵਿੱਚ ਇੱਕ ਤੱਥ ਸਾਹਮਣੇ ਆਇਆ ਹੈ ਕਿ ਸੰਸਾਰ ਦੇ ਜਿਹੜੇ ਉੱਪਰਲੇ 10% ਅਮੀਰ ਲੋਕ ਨੇ, ਸੰਸਾਰ ਦੇ ਉੱਪਰਲੇ 10% ਅਮੀਰਾਂ ਦਾ ਸੰਸਾਰ ਦੀ ਕੁੱਲ ਧਨ ਦੌਲਤ, ਵੈਲਥ ਯਾਨੀ ਕਿ ਉਹਦਾ 81.7% ਹਿੱਸੇ ਉੱਪਰ ਕਬਜ਼ਾ ਹੈ। ਭਈ ਕਿਸੇ ਬੰਦੇ ਦੀ ਧਨ ਦੌਲਤ ਦੀ ਮਿਣਤੀ ਕਰਨੀ ਹੋਵੇ ਨਾ, ਉਹ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਜਾਇਦਾਦ ਜਿਹੜੀ ਉਹਦੀ ਹੈ ਉਹਦੇ ਵਿੱਚੋਂ ਉਹਦੀਆਂ ਦੇਣਦਾਰੀਆਂ ਕੱਢ ਦਿਓ ਅਤੇ ਜੋ ਬਚਿਆ ਉਹਦੀ ਧਨ ਦੌਲਤ ਹੋ ਗਈ। ਉਦਾਹਰਨ ਦੇ ਤੌਰ 'ਤੇ ਜਿਵੇਂ ਕਿਸੇ ਬੰਦੇ ਕੋਲ ਮੰਨ ਲਓ 10 ਲੱਖ ਦੀ ਜ਼ਮੀਨ ਹੈ ਨਾ, ਅਤੇ ਘਰ ਆ, ਹੋਰ ਬੈਂਕ ਖਾਤੇ ਉਹਦੇ, ਅਤੇ ਉਹਦੇ ਵਿੱਚੋਂ 1 ਲੱਖ ਰੁਪਇਆ ਉਹਨੇ ਬੈਂਕ ਦਾ ਕਰਜ਼ਾ ਦੇਣਾ ਹੈ, ਅਤੇ ਉਹਦੀ ਫਿਰ ਵੈਲਥ ਬਾਕੀ ਕਿੰਨੀ ਬਚ ਗਈ? 9 ਲੱਖ। ਦੂਜੇ ਲਫ਼ਜ਼ਾਂ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਤਰ੍ਹਾਂ ਸੰਸਾਰ ਦੇ ਜਿਹੜੇ ਬਾਕੀ 90% ਲੋਕਾਂ ਕੋਲ ਕਿੰਨੀ ਧਨ ਦੌਲਤ ਬਚ ਗਈ? 18.3%। ਆਹ ਰਿਪੋਰਟ ਦਾ ਜਿਹੜਾ 5.1 ਟੇਬਲ ਹੈ ਨਾ, ਵਰਲਡ ਵੈਲਥ ਇਨਕੁਐਲਿਟੀ 2019, ਇਹ ਵੇਖੋ ਭਾਈ ਸਭ ਤੋਂ ਥੱਲੇ 2019 ਦਾ ਡਾਟਾ ਹੈ, ਅਤੇ 10% ਟੌਪ ਜਿਹੜੇ ਨੇ ਲੋਕ, ਉਹਨਾਂ ਦਾ ਹਿੱਸਾ ਬਣਦਾ ਹੈ 81.7%। ਅੱਛਾ ਭਾਈ, ਹੁਣ ਆਪਾਂ ਇਹ ਵੇਖੀਏ ਕਿ ਆਰਥਿਕ ਗੈਰ ਬਰਾਬਰੀ ਦੇ ਕਾਰਨ ਕੀ ਨੇ। ਗੁਰੂ ਸਾਹਿਬ ਦੀ ਗੁਰਬਾਣੀ ਦੇ ਹਿਸਾਬ ਨਾਲ ਇਹ ਜਿਹੜੀ ਆਰਥਿਕ ਗੈਰ ਬਰਾਬਰੀ ਹੁਣੇ ਆਪਾਂ ਦੇਖੀ ਹੈ, ਇਹਦੇ ਕਾਰਨ ਕੀ ਨੇ। ਜੈਤ ਸ੍ਰੀ ਮਹੱਲਾ 5ਵਾਂ ਵਾਰ ਸਲੋਕਾਂ ਨਾਲ। ਸਲੋਕ: ਰਾਜ ਕਪਟਮ, ਰੂਪ ਕਪਟਮ, ਧਨ ਕਪਟਮ, ਕੁਲ ਗਰਭਤ ਹੈ, ਸੰਚਿਤ ਵਿਖਿਆ ਛਲਨ ਛਿਦਰਮ, ਨਾਨਕ ਬਿਨ ਹਰ ਸੰਗ ਨਾ ਚਾਲਤੇ। ਭਾਈ ਮਨੁੱਖ ਦੀ ਬੇਅੰਤ ਧਨ ਦੌਲਤ ਜਮ੍ਹਾਂ ਕਰਨ ਅਤੇ ਰਾਜ ਸੱਤਾ ਪ੍ਰਾਪਤ ਕਰਨ ਦੀ ਪ੍ਰਬਲ ਲਾਲਸਾ, ਜਿਸ ਨੂੰ ਗੁਰੂ ਸਾਹਿਬ ਨੇ ਤ੍ਰਿਸ਼ਨਾ ਕਿਹਾ ਹੈ, ਇਹ ਇਸ ਦਾ ਇੱਕ ਪ੍ਰਮੁੱਖ ਕਾਰਨ ਹੈ। ਇਸ ਤ੍ਰਿਸ਼ਨਾ ਨੂੰ ਗੁਰੂ ਸਾਹਿਬ ਜੀ ਨੇ ਛਲ ਰੂਪ ਦੱਸਿਆ ਹੈ। ਇਸ ਧਨ ਦੌਲਤ ਰੂਪੀ ਜ਼ਹਿਰ ਨੂੰ ਮਨੁੱਖ ਧੋਖੇਬਾਜ਼ੀ ਨਾਲ ਜੋੜਦੇ ਹਨ, ਪਰ ਇਹ ਉਹਨਾਂ ਦੀ ਆਤਮਿਕ ਮੌਤ ਦਾ ਕਾਰਨ ਬਣਦਾ ਹੈ। ਮਨੁੱਖ ਨੂੰ ਆਨੰਦਮਈ ਜੀਵਨ ਦੇਣ ਵਿੱਚ ਇਸ ਧਨ ਦੌਲਤ ਦਾ ਕੋਈ ਜ਼ਿਆਦਾ ਯੋਗਦਾਨ ਨਹੀਂ ਜੇ।
ਆਰਥਿਕ ਬਰਾਬਰੀ ਤੇ ਨਹੀਂ ਕਹਾਂਗੇ, ਆਰਥਿਕ ਗੈਰ ਬਰਾਬਰੀ ਦਾ ਇੱਕ ਕਾਰਨ ਜੇਕਰ ਤ੍ਰਿਸ਼ਨਾ ਹੈ ਨਾ, ਜਿਸ ਅਧੀਨ ਕੁੱਲ 10% ਉੱਪਰਲੇ ਲੋਕਾਂ ਨੇ ਸੰਸਾਰ ਦੀ 81.7% ਧਨ ਦੌਲਤ ਇਕੱਠੀ ਕਰ ਲਈ ਹੈ, ਤਾਂ ਭਾਈ ਕਸੂਰ ਬਾਕੀ 90% ਲੋਕਾਂ ਦਾ ਵੀ ਹੈ। ਭਾਈ ਜੋ ਆਮ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਚੁਗਲੀ, ਆਲਸ, ਝੂਠ, ਦੋਗਲਾਪਨ, ਅਕਿਰਤ ਘਣਤਾ, ਦਬਦਬਾ ਰੱਖਣਾ, ਜੋ ਰਾਜ ਕਪਟਮ, ਪਰਾਇਆ ਹੱਕ ਖੋਣਾ, ਜਾਤ ਪਾਤ, ਰੰਗ ਭੇਦ ਰੱਖਣਾ, ਡੋਲਣਾ, ਮੰਤਵਹੀਨ ਜੀਵਨ, ਅਗਿਆਨਤਾ, ਨਸ਼ੇ, ਨਿਰਦਈ ਹੋਣਾ, ਚੋਰੀ, ਤ੍ਰਿਸ਼ਨਾ ਅਤੇ ਹੋਰ ਬੇਸ਼ੁਮਾਰ ਮਾਨਸਿਕ ਵਿਕਾਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨੁੱਖ ਨੂੰ ਸਮਝਾਏ ਗਏ ਨੇ, ਇਹ ਭਾਈ ਉਹਨਾਂ ਵਿੱਚ ਫਸੇ ਹੁੰਦੇ ਨੇ। ਜਾਂ ਦੂਜੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਪਰਸਨੈਲਿਟੀ ਅਧੂਰੀ ਹੁੰਦੀ ਹੈ। ਜੇਕਰ ਇਹਨਾਂ ਨੂੰ ਵੀ ਮੌਕਾ ਮਿਲੇ ਨਾ ਤਾਂ ਧਨ ਦੌਲਤ ਇਕੱਠੀ ਕਰਨ ਦੀ ਹੋੜ ਵਿੱਚ ਘੱਟ ਨਹੀਂ। ਭਾਈ ਫਿਰ ਧਨ ਦੌਲਤ ਇਕੱਠੀ ਕਰਨ ਦੀ ਤ੍ਰਿਸ਼ਨਾ ਦੇ ਨੁਕਸਾਨ ਕੀ ਆ ਵੀ ਆਪਾਂ ਵਿਚਾਰ ਕਰ ਲਈਏ। ਘਰ ਦੀ ਬੁਨਿਆਦੀ ਇਕਾਈ ਤੋਂ ਲੈ ਕੇ ਟੱਬਰ ਇੱਕ ਹੁੰਦਾ ਹੈ ਨਾ, ਉਸ ਤੋਂ ਲੈ ਕੇ ਪਿੰਡ, ਸ਼ਹਿਰ, ਸੂਬੇ, ਦੇਸ਼, ਅੰਤਰਰਾਸ਼ਟਰੀ ਪੱਧਰ 'ਤੇ ਚਲੇ ਜਾਓ ਅਤੇ ਧੜੇ ਬੰਦੀਆਂ, ਜਿਹੜੀ ਧਨ ਦੌਲਤ ਇਕੱਠੀ ਕਰਨ ਦੀ ਤ੍ਰਿਸ਼ਨਾ ਹੈ, ਇਸ ਰਾਹੀਂ ਰਾਜ ਸੱਤਾ ਮੁੜ ਕੇ ਪ੍ਰਾਪਤ ਕਰਨੀ ਆਪਾਂ। ਇਹ ਜਿਹੜੀ ਲਾਲਸਾ ਹੈ ਨਾ, ਇਹਨਾਂ ਸਾਰਿਆਂ ਨੂੰ ਆਪਸੀ ਜੰਗ ਅਤੇ ਮਨੁੱਖਤਾ ਦੀ ਤਬਾਹੀ ਦੀ ਕਗਾਰ 'ਤੇ ਲਿਆ ਖੜਾ ਕੀਤਾ ਹੈ। ਪਰਿਵਾਰ ਪੱਧਰ 'ਤੇ ਲੜਾਈ ਝਗੜੇ, ਕਤਲੋ ਗਾਰਤ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਐਟਮੀ ਬੰਬ ਅਤੇ ਬਾਇਓਲੋਜੀਕਲ ਹਥਿਆਰ ਜਮ੍ਹਾਂ ਕਰਨ ਦੀ ਹੋੜ, ਇਹ ਸਭ ਕਿਹਦੀ ਦੇਣ ਹੈ? ਤ੍ਰਿਸ਼ਨਾ ਦੀ ਦੇਣ ਹੈ। ਫਿਰ ਵਧੇਰੇ ਮੁਨਾਫਾ ਹਾਸਿਲ ਕਰਨ ਲਈ ਧਰਤੀ, ਹਵਾ ਅਤੇ ਪਾਣੀ ਦੂਸ਼ਿਤ ਕੀਤਾ ਜਾ ਰਿਹਾ ਹੈ। ਧਰਤੀ ਅਤੇ ਸਮੁੰਦਰ ਦੀ ਸਤ੍ਹਾ ਪਲਾਸਟਿਕ ਨਾਲ ਢੱਕੀ ਜਾ ਰਹੀ ਹੈ, ਜਿਸ ਕਾਰਨ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਖਤਮ ਹੋ ਰਹੀਆਂ ਨੇ। ਮਜ਼ਦੂਰਾਂ ਨੂੰ ਘੱਟ ਮਿਹਨਤਾਨਾ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਕਿਉਂ ਹੈ? ਸਾਰਾ ਵਧੇਰੇ ਮੁਨਾਫਾ ਹਾਸਲ ਕਰਨ ਲਈ। ਤ੍ਰਿਸ਼ਨਾ ਅਧੀਨ ਜਮ੍ਹਾਂ ਕੀਤੇ ਧਨ ਦੌਲਤ ਨੂੰ ਹਮੇਸ਼ਾ ਲਈ ਆਪਣੇ ਕਾਬੂ ਵਿੱਚ ਰੱਖਣ ਲਈ ਇਹ ਤ੍ਰਿਸ਼ਨਾਲੂ ਲੋਕ ਧਨ ਦੌਲਤ ਦੇ ਬਲਬੂਤੇ ਸਰਕਾਰਾਂ ਨਾਲ ਸਾਂਠ-ਗਾਂਠ ਕਰਕੇ ਪੈਦਾਵਾਰ ਦੇ ਕੁਦਰਤੀ ਸਾਧਨਾਂ 'ਤੇ ਕਬਜ਼ੇ ਕਰਦੇ ਆ ਅਤੇ ਕੋਸ਼ਿਸ਼ ਕਰਦੇ ਆ ਕਿ ਉਹ ਸੰਗਠਿਤ ਹੋ ਕੇ ਆਪਣੀ ਮਜ਼ਦੂਰੀ ਵਿੱਚ ਵਾਧੇ ਦੀ ਮੰਗ ਨਾ ਕਰਨ। ਕੋਈ ਨਾ ਕੋਈ ਸਮੱਸਿਆ ਉਹਨਾਂ ਵਾਸਤੇ ਖੜੀ ਕਰੀ ਰੱਖਦੇ ਨੇ। ਅਤੇ ਭਾਈ ਆਰਥਿਕ ਗੈਰ ਬਰਾਬਰੀ ਦਾ ਹੱਲ ਕੀ ਹੈ? ਇਹ ਹੁਣ ਤੱਕ ਦੇਖ ਲਿਆ ਕਿ ਗੈਰ ਬਰਾਬਰੀ ਹੈ ਆ, ਅਤੇ ਗੁਰਮੁਖ ਜਿਹੜੀ ਆਪਣੀ ਗੁਰਮਤ ਆ ਉਹਦੇ ਹਿਸਾਬ ਨਾਲ ਇਹਦਾ ਹੱਲ ਕੀ ਆ? ਭਾਈ ਹੱਲ ਤਾਂ ਇੱਕੋ ਹੀ ਗੁਰੂ ਸਾਹਿਬ ਨੇ ਦੱਸਿਆ ਹੈ, ਨਾਨਕਸ਼ਾਹੀ ਅਰਥ ਵਿਵਸਥਾ, ਜਿਹਦੇ 3 ਸੁਨਹਿਰੀ ਅਸੂਲ ਆ, 3 ਸੁਨਹਿਰੀ ਅਸੂਲਾਂ ਦੀ ਮਾਲਾ ਆ। ਅਤੇ ਮਾਲਾ ਦਾ ਮਤਲਬ ਇਹ ਆ ਕਿ ਤਿੰਨਾਂ ਵਿੱਚੋਂ ਇੱਕ ਵੀ ਨਾ ਹੋਵੇ ਅਤੇ ਮਾਲਾ ਟੁੱਟੀ ਜਾਂ ਅਧੂਰੀ। ਅਤੇ ਇਸ ਮਾਲਾ ਦੀਆਂ ਕੜੀਆਂ ਕਿਹੜੀਆਂ ਨੇ? ਪਹਿਲਾ ਹੈ ਨਾਮ ਜਪਣਾ, ਦੂਜਾ ਹੈ ਕਿਰਤ ਕਰਨੀ, ਅਤੇ ਤੀਸਰਾ ਵੰਡ ਛਕਣਾ। ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ। ਚੇਨ ਆਫ 3 ਗੋਲਡਨ ਰੂਲਸ। ਨੰਬਰ 1 ਆਲਵੇਜ਼ ਰਿਮੈਂਬਰਿੰਗ ਰੱਬ। ਨੰਬਰ 2 ਅਰਨਿੰਗ ਵਨਸ ਲਿਵਿੰਗ ਇਨ ਟੋਇਲ। ਨੰਬਰ 3 ਸਪੋਰਟ ਟੂ ਅਦਰਸ ਇਨ ਨੀਡ। ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ, ਇਹ ਹੈ ਸਾਡੇ ਗੁਰੂ ਦੀ ਦਿੱਤੀ ਨਾਨਕਸ਼ਾਹੀ ਅਰਥ ਵਿਵਸਥਾ ਦੀਆਂ 3 ਸੁਨਹਿਰੀ ਅਸੂਲਾਂ ਦੀ ਮਾਲਾ। ਭਾਈ ਆਪਣੀ ਕਹਾਣੀ ਦੱਸਾਂ। ਫਰਵਰੀ ਮਹੀਨੇ ਦੀ ਦੁਪਹਿਰ ਦੀ ਨਿੱਘੀ ਧੁੱਪ, ਰਾਵੀ ਦਰਿਆ ਦੇ ਕੋਲ ਬਾਬੇ ਨਾਨਕ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ।
ਮੇਰੀ ਜ਼ਿੰਦਗੀ ਦੀ ਇੱਕ ਭੁੱਲ ਯਾਦਗਾਰ ਬਣ ਗਿਆ ਏ। ਇੱਥੇ ਆਇਆ ਵੇਖਿਆ ਹਰ ਮਨੁੱਖ, ਚਾਹੇ ਉਹ ਸਿੰਧੀ ਹੈ, ਚਾਹੇ ਪੰਜਾਬੀ ਹੈ, ਭਾਰਤੀ ਹੈ ਜਾਂ ਪਾਕਿਸਤਾਨੀ ਹੈ, ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨਾਲ ਸੰਬੰਧਿਤ, ਗੋਰਾ ਏ ਕਾਲਾ ਏ, ਹਰ ਕੋਈ ਬਾਬਾ ਨਾਨਕ ਨੂੰ ਆਪਣਾ ਸਮਝਦਾ ਹੈ। ਸਮਝੇ ਵੀ ਭਾਈ ਕਿਉਂ ਨਾ, ਬਾਬੇ ਨਾਨਕ ਨੇ ਸਭ ਨੂੰ ਆਨੰਦਮਈ ਜੀਵਨ ਜਿਉਣ ਦੀ ਜਾਚ ਦੱਸੀ ਹੈ, ਜਿਸ ਦੀ ਸੰਸਾਰ ਦੇ ਹਰ ਮਨੁੱਖ ਨੂੰ ਜ਼ਰੂਰਤ ਹੈ। ਬਾਬੇ ਨਾਨਕ ਦੇ ਖੂਹ ਦੇ ਦਰਸ਼ਨ ਕੀਤੇ ਤੇ ਗੁਰਦੁਆਰੇ ਨਾਲ ਲੱਗਦੇ ਖੇਤਾਂ 'ਚ ਜਾ ਬੈਠਾ। ਆਪਣੀਆਂ ਅੱਖਾਂ ਬੰਦ ਕਰਕੇ ਬਾਬੇ ਦੀ ਜ਼ਿੰਦਗੀ ਦੇ ਇੱਥੇ ਬਿਤਾਏ 18 ਸਾਲਾਂ ਦੀ ਫਿਲਮ ਵੇਖਣ ਲੱਗਾ ਤੇ ਵੇਖਿਆ ਨਦੀਨ ਦੀ ਪੰਡ ਸਿਰ 'ਤੇ ਝੁਕਾ ਗੁਰੂ ਨਾਨਕ ਜੀ ਭਾਈ ਲਹਿਣਾ ਜੀ ਨੂੰ ਦੱਸ ਰਹੇ ਨੇ, ਜਿਵੇਂ ਚੰਗੀ ਫਸਲ ਲੈਣ ਲਈ ਖੇਤਾਂ ਵਿੱਚੋਂ ਲਗਾਤਾਰ ਨਦੀਨ ਬਾਹਰ ਕੱਢਣਾ ਜ਼ਰੂਰੀ ਹੈ, ਇਸੇ ਤਰ੍ਹਾਂ ਆਨੰਦਮਈ ਜੀਵਨ ਜਿਉਣ ਲਈ ਹਰ ਮਨੁੱਖ ਨੂੰ ਆਪਣੇ ਮਨ ਵਿੱਚੋਂ ਨਦੀਨਾਂ ਰੂਪੀ ਵਿਕਾਰ ਬਾਹਰ ਕੱਢਣ ਤੇ ਰੱਬੀ ਗੁਣ ਧਾਰਨ ਕਰਨ ਲਈ ਹਮੇਸ਼ਾ ਸ਼ਬਦ ਗੁਰੂ ਨਾਲ ਜੁੜੇ ਰਹਿਣਾ ਜ਼ਰੂਰੀ ਆ। ਭਾਈ ਜੇਕਰ ਤ੍ਰਿਸ਼ਨਾ ਇੱਕ ਮਾਨਸਿਕ ਰੋਗ ਆ, ਜਿਸ ਕਾਰਨ ਇਸ ਸੰਸਾਰ ਵਿੱਚ ਆਰਥਿਕ ਗੈਰ ਬਰਾਬਰੀ ਆ, ਤਾਂ ਇਸ ਦਾ ਇਲਾਜ ਗੁਰੂ ਜੀ ਨੇ ਸਾਨੂੰ ਸੰਤੋਖ ਦੀ ਦਵਾਈ ਦਿੱਤਾ ਏ, ਕੰਟੈਂਟਮੈਂਟ। ਸ੍ਰੀ ਰਾਗ ਮਹਲਾ ਪਹਿਲਾ ਗੁਰੂ ਸਾਹਿਬ ਕਹਿੰਦੇ ਨੇ, ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ। ਤੇ ਭਾਈ ਮੈਂ ਦੇਖਦਾ ਸੰਗਤ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਸਾਰੇ ਮਿਲ ਕੇ ਕਿਰਤ ਕਰਦੇ ਨੇ। ਸੰਗਤ ਇਕੱਠੀ ਲੰਗਰ ਛਕਦੀ ਹੈ ਤੇ ਰੱਬ ਨਾਲ ਮੇਲ ਕਰਨ ਲਈ ਗੁਰੂ ਸ਼ਬਦ ਦੀ ਵਿਚਾਰ ਹੁੰਦੀ ਹੈ। ਗੁਰੂ ਜੀ ਦੱਸਦੇ ਨੇ ਭਾਈ ਰੱਬ ਨਾਲ ਮੇਲ ਕਰਨ ਲਈ ਉਸ ਵਰਗਾ ਹੀ ਬਣਨਾ ਪਵੇਗਾ। ਇਸ ਵਾਸਤੇ ਸ਼ਬਦ ਗੁਰੂ ਨਾਲ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਕਾਬੂ ਕਰਨ ਦੀ ਜਾਚ ਸਿੱਖ ਕੇ ਆਪਣੇ ਮਨ ਉੱਪਰੋਂ ਨਿੰਦਿਆ, ਚੁਗਲੀ, ਆਲਸ, ਝੂਠ, ਅਕਿਰਤਕਣਤਾ, ਦਬਦਬਾ ਰੱਖਣਾ, ਪਰਾਇਆ ਹੱਕ ਖਾਣਾ, ਦੋਗਲਾਪਨ, ਜਾਤ ਪਾਤ, ਰੰਗ ਭੇਦ, ਲਿੰਗ ਭੇਦ, ਐਵੇਂ ਹੀ ਡੋਲੀ ਜਾਣਾ, ਗੁਰੂ 'ਤੇ ਭਰੋਸਾ ਹੀ ਨਾ ਰੱਖਣਾ, ਮੰਤਵਹੀਣ ਜੀਵਨ, ਅਗਿਆਨਤਾ, ਨਸ਼ੇ, ਨਿਰਦਈ ਹੋਣਾ, ਹਰਾਮਖੋਰੀ, ਚੋਰੀ, ਤ੍ਰਿਸ਼ਨਾ, ਇਹ ਸਾਰੇ ਵਿਕਾਰਾਂ ਦੀ ਮੈਲ ਲਾ ਕੇ ਨਾ ਤੇ ਗੁਰੂ ਤੋਂ ਸਰਬ ਸਾਂਝੀਵਾਲਤਾ, ਰਚਨਾਤਮਿਕਤਾ, ਨਿਡਰਤਾ, ਨਿਰਵੈਰਤਾ, ਵਰਤਮਾਨ ਵਿੱਚ ਜਿਉਣ ਦੀ ਕਲਾ, ਪਸ਼ੂ ਵਰਤੀਆਂ ਦਾ ਤਿਆਗ, ਇਹ ਸਾਰੇ ਰੱਬੀ ਗੁਣ ਲੈ ਕੇ ਸੰਪੂਰਨ ਪਰਸਨੈਲਿਟੀ ਬਣਾਉਣੀ ਪਾਓ। ਗੁਰੂ ਜੀ ਦੱਸਦੇ ਨੇ, ਜੇ ਭਾਈ ਆਨੰਦਮਈ ਜੀਵਨ ਜਿਉਣਾ ਹੀ ਨਾ, ਤਾਂ ਫਿਰ ਇਹ ਤੈਨੂੰ ਆਪਣੀ ਪਰਸਨੈਲਿਟੀ ਇਸ ਤਰ੍ਹਾਂ ਦੀ ਬਣਾਉਣੀ ਪੈਗੀ। ਅਤੇ ਮੈਂ ਦੇਖਦਾ ਭਾਈ ਧਨ ਦੌਲਤ ਇਕੱਠੀ ਕਰਨ ਦੀ ਤ੍ਰਿਸ਼ਨਾ ਬਾਰੇ ਗੁਰੂ ਜੀ ਦੱਸਦੇ ਰਹੇ ਨੇ ਕਿ ਇਸ ਧਨ ਦੌਲਤ ਦੀ ਖਾਤਰ ਬਹੁਤ ਲੋਕਾਈ ਖੁਆਰ ਹੁੰਦੀ ਹੈ। ਇਸ ਧਨ ਨੇ ਬਹੁਤ ਦੁਨੀਆ ਨੂੰ ਖੁਆਰ ਕੀਤਾ ਏ। ਪਾਪ ਜ਼ੁਲਮ ਕਰਨ ਤੋਂ ਬਿਨਾਂ ਇਹ ਧਨ ਦੌਲਤ ਇਕੱਠੀ ਨਹੀਂ ਹੋ ਸਕਦੀ ਅਤੇ ਮਰਨ ਵੇਲੇ ਇਹ ਨਾਲ ਨਹੀਂ ਜਾਂਦੀ। ਆਸਾ ਮਹਲਾ ਪਹਿਲਾ, ਇਸ ਜਰ ਕਾਰਨ ਕਣੀ ਵਿਗੁੱਤੀ, ਇਨ ਜਰ ਕਣੀ ਖੁਆਈ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆਂ ਸਾਥ ਨ ਜਾਈ। ਤੇ ਆ ਭਾਈ ਜਿਹੜੇ ਵਿਹਲੜ ਹੱਡ ਹਰਾਮੀ ਜੋ ਦਰ ਦਰ ਦੀ ਭੀਖ ਮੰਗਣ ਤੁਰੇ ਫਿਰਦੇ ਨੇ, ਬਾਰੇ ਗੁਰੂ ਜੀ ਦੱਸਦੇ ਨੇ। ਸ਼ਲੋਕ ਮਹੱਲਾ ਪਹਿਲਾ, ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਕਰੇ ਮਸੀਤ, ਮਖੱਟੂ ਹੋਇ ਕੈ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨ ਲੱਗੀਏ ਪਾਏ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਭਾਈ
ਸਰੀਰਕ ਤੇ ਸਮਾਜਿਕ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਧਰਮ ਦੀ ਕਿਰਤ ਕਰਕੇ ਰੋਜੀ ਕਮਾਉਣ ਤੇ ਵੰਡ ਛਕਣ ਲਈ ਗੁਰੂ ਜੀ ਦੱਸਦੇ ਪਏ ਨੇ। ਤੇ ਮਾਇਆ ਬਾਰੇ ਗੁਰੂ ਜੀ ਕਹਿੰਦੇ ਨੇ ਕਿ ਵੀ ਜੋ ਵੀ ਵਿਅਕਤੀ ਧਨ ਦੌਲਤ ਕੋਈ ਵੀ ਪਦਾਰਥ ਇਹਨਾਂ ਵਿੱਚੋਂ ਜੋ ਵੀ ਸ਼ਬਦ ਗੁਰੂ ਅਨੁਸਾਰ ਦੱਸੇ ਸੱਚ ਦੇ ਰਸਤੇ ਤੇ ਚੱਲਣ ਵਿੱਚ ਰੁਕਾਵਟ ਬਣਦਾ ਏ ਉਹ ਸਭ ਮਾਇਆ ਏ। ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਣ 'ਚ ਜੋ ਵੀ ਰੁਕਾਵਟ ਬਣੇ ਉਹ ਭਾਈ ਮਾਇਆ ਵਾ। ਸਰੀਰਕ ਅਤੇ ਸਮਾਜਿਕ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਹਰ ਮਨੁੱਖ ਨੂੰ ਰੋਟੀ, ਕੱਪੜਾ, ਮਕਾਨ, ਵਿੱਦਿਆ, ਸਿਹਤ ਸੇਵਾਵਾਂ ਇਹਨਾਂ ਵਾਸਤੇ ਲੋੜੀਂਦਾ ਧਨ ਦੌਲਤ ਜਿਹੜਾ ਹੈ ਇਹ ਉਸ ਦਾ ਹੱਕ ਹੈ। ਰੱਬ ਨੇ ਸਾਰਿਆਂ ਵਾਸਤੇ ਇਹਦਾ ਇੰਤਜ਼ਾਮ ਕੀਤਾ ਹੋਇਆ ਹੈ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਭਈ ਇਸ ਤੋਂ ਵੱਧ ਹੋਰ ਦੀ ਜਿਹੜੀ ਲਾਲਸਾ ਹੈ ਨਾ ਉਹ ਤ੍ਰਿਸ਼ਨਾ ਏ, ਉਹ ਪਰਾਇਆ ਹੱਕ ਹੈ। ਪਰਾਏ ਹੱਕ ਬਾਰੇ ਗੁਰੂ ਜੀ ਦੱਸਦੇ ਨੇ ਮੁਸਲਮਾਨ ਵਾਸਤੇ ਸੂਰ ਹੈ ਤੇ ਹਿੰਦੂ ਲਈ ਗਾਂ। ਗੁਰਪੀਰ ਤਾਂ ਹੀ ਸਿਫਾਰਿਸ਼ ਕਰਦਾ ਏ ਜੇ ਮਨੁੱਖ ਪਰਾਇਆ ਹੱਕ ਨਾ ਵਰਤੇ। ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨ ਖਾਏ। ਭਾਈ ਆਹ ਸੰਸਾਰ ਦੇ 90% ਲੋਕ ਜਿਨ੍ਹਾਂ ਕੋਲ ਬਾਕੀ ਬਚਿਆ ਸਿਰਫ 18.3% ਧਨ ਦੌਲਤ ਹੈ ਤੇ ਉਹਨਾਂ ਵਿੱਚੋਂ ਹੀ ਸਭ ਤੋਂ ਹੇਠਲੇ 40% ਲੋਕਾਂ ਦੀ ਹਾਲਤ ਬਦਤਰ ਹੈ। ਕਦੇ ਬਾਬੇ ਨਾਨਕ ਨੇ ਇਹਨਾਂ ਵਾਸਤੇ ਕਿਹਾ ਸੀ, ਸ੍ਰੀ ਰਾਗ ਮਹੱਲਾ ਪਹਿਲਾ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਜੋ ਨੀਵੀਂ ਤੋਂ ਨੀਵੀਂ ਜਾਤ ਦੇ ਹਨ, ਜੋ ਨੀਵਿਆਂ ਤੋਂ ਵੀ ਅਤ ਨੀਵਾਂ ਖਵਾਉਂਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਟੀਕੇ ਮੁਤਾਬਕ ਮੈਂ ਬੋਲ ਰਿਹਾ ਹਾਂ। ਹੇ ਪ੍ਰਭ, ਮੈਂ ਤੇਰੇ ਕੋਲੋਂ ਇਹੀ ਮੰਗਦਾ ਹਾਂ ਕਿ ਤੇਰਾ ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ। ਮੈਨੂੰ ਮਾਇਆ ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਗ ਨਹੀਂ। ਭਈ ਇਨਸਾਨ ਇੰਨਾ ਨਿਰਦਈ ਕਿਉਂ ਹੋ ਗਿਆ? ਬਾਬੇ ਨਾਨਕ ਨੇ ਤਾਂ ਹਮੇਸ਼ਾ ਕਿਰਤੀਆਂ ਦਾ ਪੱਖ ਪੂਰਿਆ ਸੀ। ਮਲਕ ਭਾਗੋ ਨਾਲੋਂ ਗਰੀਬ ਭਾਈ ਲਾਲੋ ਨੂੰ ਪਹਿਲ ਦਿੱਤੀ ਸੀ। ਬਾਬੇ ਨਾਨਕ ਨੇ ਤਾਂ ਕਿਹਾ ਸੀ, ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਸੋ ਰਤ ਜੋ ਰਤ ਪੀਵੇਂ ਮਾਨਸਾ, ਤਿਨ ਕਿਉ ਨਿਰਮਲ ਚੀਤ। ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇਂ ਮਾਨਸਾ, ਤਿਨ ਕਿਉ ਨਿਰਮਲ ਚੀਤ। ਭਾਈ ਜੇ ਜਾਮੇ ਨੂੰ ਲਹੂ ਲੱਗ ਜਾਵੇ ਨਾ ਕੱਪੜਿਆਂ ਨੂੰ ਤਾਂ ਜਾਮਾ ਪਲੀਤ ਹੋ ਜਾਂਦਾ ਏ। ਪਰ ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ, ਭਾਵ ਧੱਕਾ ਕਰਕੇ ਹਰਾਮ ਦੀ ਕਮਾਈ ਖਾਂਦੇ ਹਨ, ਉਹਨਾਂ ਦਾ ਮਨ ਕਿਵੇਂ ਪਾਕ ਸਾਫ਼ ਰਹਿ ਸਕਦਾ ਹੈ? ਭਾਈ ਇਹ ਇੱਕ ਇਤਿਹਾਸਕ ਤੱਥ ਹੈ ਕਿ ਸੰਸਾਰ ਦਾ ਜੋ ਵੀ ਵਿਕਾਸ ਪ੍ਰੀ ਹਿਸਟੋਰਿਕ ਟਾਈਮ ਤੋਂ ਅੱਜ ਤੱਕ ਹੋਇਆ ਉਹ ਕਿਰਤੀਆਂ ਸਦਕੇ ਹੋਇਆ। ਕਿਸੇ ਵੀ ਦੇਸ਼ ਦੀ GDP ਕਿਰਤੀਆਂ ਉੱਤੇ ਨਿਰਭਰ ਹੈ। ਪਰ ਉਹਨਾਂ ਨਾਲ ਇਹ ਅਣਮਨੁੱਖੀ ਵਿਹਾਰ ਕਿਉਂ ਕੀਤਾ ਜਾਂਦਾ ਹੈ? ਇਹਨਾਂ ਕਿੱਦਾਂ ਦੇ ਉਲਝਣਾਂ ਵਿੱਚ ਫਸਿਆ ਹੋਇਆ ਸੀ ਕਿ ਕਿਸੇ ਸਾਥੀ ਨੇ ਆਵਾਜ਼ ਦਿੱਤੀ, ਆਖਰੀ ਬੱਸ ਦਾ ਬਾਰਡਰ ਜਾਣ ਵਾਲ ਦਾ ਸਮਾਂ ਹੋ ਗਿਆ ਭਾਈ, ਚੱਲੀਏ। ਮੈਂ ਉੱਠਿਆ, ਵਾਪਸੀ ਲਈ ਤੁਰਿਆ। ਗੁਰਦੁਆਰਾ ਸਾਹਿਬ ਦੇ ਅੰਦਰੋਂ ਹੋ ਰਹੇ ਕੀਰਤਨ ਦੀ ਆਵਾਜ਼ ਕੰਨੀ ਪਈ। ਮਹੱਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਲ ਕਚੋਲਾ।
ਗੱਲ ਸਮਝ ਆ ਗਈ। ਗੁਰੂ ਜੀ ਕਹਿ ਰਹੇ ਸਨ, ਜਿਸ ਮਨੁੱਖ ਨੇ ਹਿਰਦੇ ਵਿੱਚ ਮਾਇਆ ਦਾ ਪਿਆਰ ਧਾਰਨ ਕੀਤਾ ਹੋਇਆ ਹੈ, ਉਹ ਸਤਿਗੁਰੂ ਵੱਲੋਂ ਅੰਨਾ ਤੇ ਬੋੜਾ ਹੈ। ਭਾਵ ਨਾ ਸਤਿਗੁਰੂ ਦਾ ਦਰਸ਼ਨ ਕਰਕੇ ਪਤੀਤ ਸਕਦਾ ਹੈ ਤੇ ਨਾ ਹੀ ਉਪਦੇਸ਼ ਸੁਣ ਕੇ। ਗੁਰੂ ਦੀ ਗੱਲ ਸਮਝ ਪੈ ਗਈ ਸੀ। ਇਹ ਸੰਸਾਰ ਦੇ 10% ਅਮੀਰ ਲੋਕ ਅੰਨੇ ਬੋਲੇ ਹੋ ਚੁੱਕੇ ਨੇ। ਆਪਣੇ ਮੁਨਾਫੇ ਤੋਂ ਸਿਵਾ ਇਹਨਾਂ ਨੂੰ ਕੋਈ ਕੁਦਰਤ, ਕੋਈ ਇਨਸਾਨੀਅਤ ਦਿਖਾਈ ਨਹੀਂ ਦਿੰਦੀ। ਬੱਸ ਵਿੱਚ ਬੈਠ ਗਿਆ। ਬੱਸ ਬਾਰਡਰ ਵੱਲ ਰਵਾਨਾ ਹੋ ਚੁੱਕੀ ਸੀ। ਬੱਸ ਵਿੱਚ ਬੈਠਿਆਂ ਸਾਰੀ ਦੁਨੀਆ ਦੇ ਆਰਥਿਕ ਸਿਸਟਮ ਵੱਲ ਨਜ਼ਰ ਮਾਰੀ। ਮਾਲਕੀ ਦੇ ਆਧਾਰ 'ਤੇ ਆਰਥਿਕ ਆਰਗੇਨਾਈਜੇਸ਼ਨ ਤਾਂ ਸਿਰਫ ਇਹੀ ਨੇ। ਵਿਅਕਤੀਗਤ, ਜਿਹਨੂੰ ਤੁਸੀਂ ਇੰਡੀਵਿਜੂਅਲ ਕਹਿੰਦੇ ਹੋ, ਭਾਈਵਾਲ, ਪਾਰਟਨਰਸ਼ਿਪ, ਕਾਰਪੋਰੇਸ਼ਨ ਜਿਹੜੀਆਂ ਪ੍ਰਾਈਵੇਟ ਵੀ ਨੇ ਅਤੇ ਸਰਕਾਰੀ ਵੀ, ਅਤੇ ਜਾਂ ਫਿਰ ਆ ਕੋਆਪਰੇਟਿਵ ਸਿਸਟਮ ਅਧੀਨ ਸੁਸਾਇਟੀਆਂ ਜੋ ਇੱਕਾ ਦੁੱਕਾ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰੀ ਤੰਤਰ ਦੀ ਦਖਲਅੰਦਾਜ਼ੀ ਕਰਕੇ ਅਪੰਗ ਹੋ ਚੁੱਕੀਆਂ ਨੇ। ਪਰ ਭਾਈ, ਇਸ ਸਾਰੇ ਆਰਥਿਕ ਸਿਸਟਮ ਵਿੱਚੋਂ ਮੇਰੇ ਗੁਰੂ ਦੇ ਦਿੱਤੇ ਸਰਬ ਸਾਂਝੀ ਵਾਲਤਾ, ਸਰਬੱਤ ਦੇ ਭਲੇ ਅਤੇ ਮਨੁੱਖੀ ਭਾਈਚਾਰੇ ਦੇ ਸਿਧਾਂਤਾਂ ਦੀ ਝਲਕ ਦਿਖਾਈ ਨਹੀਂ ਜੇ ਪੈਂਦੀ। ਇਸ ਪ੍ਰਚਲਿਤ ਆਰਥਿਕ ਸਿਸਟਮ ਦੀ ਹਮਾਇਤ ਵਿੱਚ ਮੈਂ ਬਹੁਤ ਸਾਰੇ ਆਰਥਿਕ ਮਾਹਰਾਂ ਦੀਆਂ ਦਲੀਲਾਂ ਸੁਣੀਆਂ ਨੇ। ਭਾਈ ਫਿਰ ਵੀ ਨਤੀਜਾ ਤਾਂ ਆਰਥਿਕ ਗੈਰ ਬਰਾਬਰੀ ਹੀ ਨਿਕਲਦਾ ਹੈ ਨਾ। ਆਰਥਿਕ ਸਿਸਟਮ ਭਾਵੇਂ ਕੈਪੀਟਲਿਜ਼ਮ ਹੈ, ਕਮਿਊਨਿਜ਼ਮ ਹੈ ਜਾਂ ਸੋਸ਼ਲਿਜ਼ਮ ਹੈ, ਜਿਹੜੀ ਵਿੱਚ ਵਿਚਾਰੇ ਵਾਲੀ ਰਾਜਨੀਤਿਕ ਪ੍ਰਣਾਲੀ ਹੈ, ਇਹਨਾਂ ਸਭ ਦਾ ਨਤੀਜਾ ਅੱਜ ਤੱਕ ਕੀ ਹੈ? ਨਤੀਜਾ ਸਭ ਦਾ ਇੱਕੋ ਹੀ ਹੈ, ਆਰਥਿਕ ਗੈਰ ਬਰਾਬਰੀ। ਹਾਂ, ਯਾਦ ਆਇਆ, ਇੱਕ ਬੰਗਲਾਦੇਸ਼ੀ ਮੁਹੰਮਦ ਯੂਨਸ, ਉਸਨੂੰ ਮਾਈਕਰੋ ਕ੍ਰੈਡਿਟ ਅਤੇ ਮਾਈਕਰੋ ਫਾਈਨੈਂਸ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਲਈ 2006 ਵਿੱਚ ਨੋਬਲ ਇਨਾਮ ਦਿੱਤਾ ਗਿਆ ਸੀ। ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਉਸਨੂੰ। ਇਨਾਮ ਲੈਣ ਵੇਲੇ ਉਸਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ, ਸਥਾਈ ਸ਼ਾਂਤੀ ਉਦੋਂ ਤੱਕ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਸਾਰਾ ਸਮਾਜ ਸਮੂਹਾਂ ਵਿੱਚ ਜਥੇਬੰਦ ਹੋ ਕੇ ਇੱਕ ਅਜਿਹਾ ਰਸਤਾ ਨਹੀਂ ਲੱਭਦਾ ਜਿਸ ਰਾਹੀਂ ਗਰੀਬੀ ਦੀ ਦਲਦਲ ਵਿੱਚੋਂ ਬਾਹਰ ਨਿਕਲਿਆ ਜਾ ਸਕੇ। ਸਾਰੀਆਂ ਸੱਭਿਅਤਾਵਾਂ ਅਤੇ ਸਾਰੇ ਸੱਭਿਆਚਾਰਾਂ ਵਿੱਚ ਗਰੀਬ ਤੋਂ ਵੀ ਅਤ ਗਰੀਬ ਬੰਦਾ ਕਿਰਤ ਕਰਕੇ ਆਪਣਾ ਵਿਕਾਸ ਕਰਨ ਅਤੇ ਆਪਣੇ ਆਪ ਨੂੰ ਗਰੀਬੀ ਦੀ ਦਲਦਲ ਵਿੱਚੋਂ ਬਾਹਰ ਕੱਢਣ ਦੀ ਤਾਕਤ ਰੱਖਦਾ ਏ। ਭਾਈ ਮੁਹੰਮਦ ਯੂਨਸ ਨੇ ਇੱਥੇ ਗਰੁੱਪਾਂ ਵਿੱਚ ਜਥੇਬੰਦ ਹੋਣ ਅਤੇ ਕਿਰਤ ਕਰਨ ਉੱਪਰ ਜ਼ੋਰ ਦਿੱਤਾ ਸੀ। ਇਸ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਬਾਬੇ ਨਾਨਕ ਨੇ 5 ਸਦੀਆਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਖੇਤਾਂ ਵਿੱਚ ਅਮਲੀ ਜੀਵਨ ਜਿਉ ਕੇ ਦਿਖਾਇਆ ਸੀ। ਕਿੰਨਾ ਸੋਹਣਾ ਹੋਏਗਾ ਬਾਬੇ ਨਾਨਕ ਦਾ ਉਹ ਗਰੁੱਪ, ਜਿੱਥੇ ਸਾਰੇ ਰਲ ਕੇ ਖੇਤੀ ਕਰਦੇ, ਪੰਗਤ ਲਾ ਕੇ ਇਕੱਠੇ ਛਕਦੇ ਅਤੇ ਰੱਬ ਨੂੰ ਯਾਦ ਕਰਦੇ। ਵਾਹ ਵਾਹ ਬਾਬਾ ਨਾਨਕ, ਤੇਰੇ ਸਿਧਾਂਤਾਂ ਦੇ ਇੱਕ ਹਿੱਸੇ ਸਿਰਫ ਕਿਰਤ ਕਰਨ ਦੀ ਵਿਆਖਿਆ ਕਰਕੇ ਲੋਕ ਨੋਬਲ ਇਨਾਮ ਲਈ ਜਾਂਦੇ ਅਤੇ ਤੇਰੇ ਸਿੱਖ ਅਜੇ ਵੀ ਅਣਜਾਣ ਨੇ, ਜਿਨ੍ਹਾਂ ਨੂੰ ਤੁਸੀਂ ਸ਼ਬਦ ਗੁਰੂ ਨਾਲ, ਗਿਆਨ ਨਾਲ ਜੋੜਨ ਲਈ ਕਿਹਾ ਸੀ। ਕਬੀਰਾ, ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਭਾਈ, ਆਓ ਸਾਰੇ ਗਿਆਨਵਾਨ ਬਣੀਏ। ਗਿਆਨ ਜਿੱਥੇ ਗੁਰੂ ਜੀ ਤੋਂ ਰੱਬ ਨਾਲ ਮੇਲ ਕਰਨ ਲਈ ਲੈਣਾ ਹੈ ਨਾ, ਉੱਥੇ ਦੁਨਿਆਵੀ ਸਿਸਟਮ ਦਾ ਵੀ ਗਿਆਨ ਆਪਾਂ ਲੈਣਾ ਹੈ, ਤਾਂ ਕਿ ਇਸ ਸਿਸਟਮ ਨੂੰ ਗੁਰਮਤਿ ਅਨੁਸਾਰ ਢਾਲੀਏ, ਜਿੱਥੇ ਸਾਰੇ ਸੰਸਾਰ ਦੇ ਲੋਕ ਆਨੰਦਮਈ ਗ੍ਰਸਥ ਜੀਵਨ ਜਿਉ ਸਿੱਖਣ। ਗੁਰੂ ਜੀ ਨੇ ਸਾਨੂੰ ਗ੍ਰਸਥ ਜੀਵਨ ਬਸਰ ਕਰਦੇ ਹੋਏ ਹੀ ਰੱਬ ਨਾਲ ਮੇਲ ਕਰਨ ਲਈ ਦੱਸਿਆ ਸੀ। ਲਓ ਭਾਈ,
ਇਮੀਗ੍ਰੇਸ਼ਨ ਲਈ ਬੱਸ ਰੁਕ ਗਈ ਹੈ। ਕੁਝ ਸਮਾਂ ਤੇ ਆਪਾਂ ਨੂੰ ਇੱਥੇ ਹੁਣ ਰੁਕਣਾ ਪਏਗਾ ਅਤੇ ਬਾਕੀ ਫਿਰ ਹਾਂ ਇਹਨਾਂ ਛੋਟੇ ਛੋਟੇ ਸਮੂਹਾਂ ਵਿੱਚ ਦਸਤੇਬੰਦ ਹੋਣ, ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਕੀ ਤਾਕਤ ਹੈ, ਇਹ ਆਪਾਂ ਅਗਲੇ ਅੰਕ ਵਿੱਚ ਵਿਚਾਰਾਂਗੇ। ਹਾਂ, ਜਿਸ ਵੀ ਦੇਸ਼ ਵਿੱਚ ਤੁਸੀਂ ਰਹਿੰਦੇ ਹੋ ਉਸ ਦੇਸ਼ ਦੇ ਅੰਕੜੇ ਆਹ ਦਿੱਤੀਆਂ ਵੈੱਬਸਾਈਟਸ ਤੋਂ ਜ਼ਰੂਰ ਵੇਖਿਓ। ਲਿੰਕ ਮੈਂ ਨੀਚੇ ਦੇ ਰਿਹਾ ਹੈ। ਗੁਰੂ ਸਾਹਿਬ ਤੋਂ ਆਪਾਂ ਰੋਜ਼ਾਨਾ ਵਿਵੇਕ ਦਾਨ ਮੰਗਦੇ ਹਾਂ। ਚਲੋ ਭਾਈ ਸਾਰੇ ਵਿਵੇਕੀ ਬਣੀਏ, ਐਨਾਲੀਟੀਕਲ ਮਾਈਂਡ ਵਾਲੇ ਬਣੀਏ ਅਤੇ ਸੋਚੀਏ ਬਾਬੇ ਨਾਨਕ ਦੀ ਨਾਨਕਸ਼ਾਹੀ ਅਰਥ ਵਿਵਸਥਾ ਜਿਹੜੀ ਹੈ ਨਾ, ਇਹਨੂੰ ਲਾਗੂ ਕਿਵੇਂ ਕਰਨਾ ਹੈ। ਸਾਰੀ ਦੁਨੀਆ ਦੇ ਲੋਕ ਤੁਹਾਡੀ ਰਹਿਨਮਾਈ ਦੀ ਉਡੀਕ ਕਰ ਰਹੇ ਜੇ ਅਤੇ ਬਾਬੇ ਨਾਨਕ ਦੀ ਅਰਥ ਵਿਵਸਥਾ ਉਹਨਾਂ 10% ਲੋਕਾਂ ਨੂੰ ਵੀ ਸਕੂਨ ਦੇ ਸਕਦੀ ਹੈ ਜੋ ਕੁੱਲ ਦੁਨੀਆ ਦੇ 87.3 ਹਿੱਸੇ 'ਤੇ ਕਾਬਜ਼ ਹੋਈ ਬੈਠੇ ਹੈ। ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਨਾਨਕਸ਼ਾਹੀ ਅਰਥ ਵਿਵਸਥਾ ਰੂਪੀ ਮਾਲਾ ਦੀਆਂ 3 ਕੜੀਆਂ ਨੇ। ਇਹਨਾਂ ਵਿੱਚੋਂ ਇੱਕ ਵੀ ਕੜੀ ਜੇ ਕਮਜ਼ੋਰ ਹੈ ਨਾ, ਇੱਕ ਵੀ ਕੜੀ ਦੇ ਕਮਜ਼ੋਰ ਹੋਣ 'ਤੇ ਮਾਲਾ ਓਨੀ ਹੀ ਕਮਜ਼ੋਰ ਹੋ ਜਾਵੇਗੀ। ਇੱਥੇ ਮੈਂ ਤੁਹਾਨੂੰ ਇੱਕ ਡਾਕਟਰ ਦੀ ਉਦਾਹਰਣ ਦੇ ਕੇ ਗੱਲ ਸਪਸ਼ਟ ਕਰਦਾ ਹਾਂ। ਮੰਨ ਲਵੋ ਇੱਕ ਵਧੀਆ ਸਿੱਖਿਅਤ ਸਰਜਨ ਡਾਕਟਰ ਹੈ। ਉਹ ਆਪਣੀ ਵਿੱਦਿਆ ਅਨੁਸਾਰ ਵਧੀਆ ਆਪਰੇਸ਼ਨ ਕਰਨ ਦੀ ਕਿਰਤ ਉਹ ਕਰਦਾ ਹੈ। ਜੇਕਰ ਉਸ ਦੀ ਪਰਸਨੈਲਿਟੀ ਗੁਰਮਤ ਅਨੁਸਾਰ ਸੰਪੂਰਨ ਹੈ, ਯਾਨੀ ਉਸ ਵਿੱਚ ਲੋਭ ਅਤੇ ਆਲਸ ਨਾਮੀ ਵਿਕਾਰ ਨਹੀਂ ਹੈ, ਤਾਂ ਉਹ ਕਿਸੇ ਦੀਆਂ ਕਿਡਨੀਆਂ ਨਹੀਂ ਕੱਢੇਗਾ। ਜੇਕਰ ਉਸ ਦੀ ਪਰਸਨੈਲਿਟੀ ਸੰਪੂਰਨ ਨਹੀਂ, ਮੰਨ ਲਵੋ ਉਸ ਵਿੱਚ ਲੋਭ ਦਾ ਵਿਕਾਰ ਹੈ, ਤਾਂ ਉਹ ਕਿਸੇ ਵੀ ਆਏ ਮਰੀਜ਼ ਦੀਆਂ ਕਿਡਨੀਜ਼ ਕੱਢ ਕੇ ਕਿਸੇ ਹੋਰ ਨੂੰ ਦੇ ਦੇਵੇਗਾ ਬਗੈਰ ਉਸ ਨੂੰ ਦੱਸਿਆ। ਕਾਰਨ ਲੋਭ ਦਾ ਚੰਮ ਜਿਉਂਦੇ ਜੀ ਉਸ ਨੂੰ ਚੰਬੜ ਗਿਆ। ਜੇਕਰ ਉਸ ਵਿੱਚ ਆਲਸ ਦਾ ਵਿਕਾਰ ਹੈ ਤਾਂ ਉਹ ਆਪਰੇਟਿੰਗ ਇੰਸਟਰੂਮੈਂਟ ਮਰੀਜ਼ ਦੇ ਪੇਟ ਵਿੱਚ ਛੱਡ ਕੇ ਸਟਿਚ ਕਰ ਦੂਗਾ, ਜਿਹਾ ਕਿ ਤੁਸੀਂ ਆਮ ਹੀ ਦੇਖਦੇ ਹੋ ਖਬਰਾਂ ਵਿੱਚ, ਅਤੇ ਫਿਰ ਦੁਬਾਰਾ ਆਪਰੇਸ਼ਨ ਕਰਕੇ ਉਹ ਕੱਢਣੇ ਪੈਣਗੇ। ਕਾਰਨ ਆਲਸ ਦਾ ਜੰਮ ਉਹਨੂੰ ਜਿਉਂਦੇ ਜੀ ਪੈ ਗਿਆ। ਅੱਛਾ, ਇਹਨਾਂ 3 ਕੜੀਆਂ ਵਿੱਚੋਂ ਜੇਕਰ ਉਸਨੇ ਨਾਨਕਸ਼ਾਹੀ ਅਰਥ ਵਿਵਸਥਾ ਵਾਲੀ ਵੰਡ ਛਕਣ ਵਾਲੀ ਕੜੀ ਨਹੀਂ ਅਪਣਾਈ, ਤਾਂ ਉਹ ਕਿਸੇ ਅਤ ਗਰੀਬ ਮਨੁੱਖ ਨੂੰ ਕੋਈ ਮਦਦ ਨਹੀਂ ਕਰੇਗਾ, ਕੋਈ 2-4 ਗਰੀਬ ਮਰੀਜ਼ਾਂ ਦਾ ਇਲਾਜ ਫ੍ਰੀ ਨਹੀਂ ਕਰੇਗਾ। ਇਸ ਤਰ੍ਹਾਂ ਉਹ ਲੋਭੀ, ਆਲਸੀ, ਨਿਰਦਈ ਹੁੰਦਿਆਂ ਹੋਇਆਂ ਧਨ ਦੌਲਤ ਤੇ ਬਹੁਤ ਇਕੱਠੀ ਕਰ ਲਏਗਾ, ਪਰ ਆਤਮਿਕ ਤੌਰ 'ਤੇ ਮਰਿਆ ਹੋਏਗਾ। ਆਨੰਦਮਈ ਜੀਵਨ, ਇਹ ਬਲਿਸਫੁਲ ਲਾਈਫ ਜਿਹੜੀ ਹੈ ਨਾ, ਉਹ ਨਹੀਂ ਜੀ ਸਕੇਗਾ। ਅਜਿਹੇ ਲੋਕਾਂ ਦੇ ਘਰ ਤਕਰੀਬਨ ਘਰੇਲੂ ਲੜਾਈਆਂ ਝਗੜਿਆਂ ਕਾਰਨ ਨਰਕ ਬਣੇ ਹੁੰਦੇ ਆ। ਅਤੇ ਆਓ ਭਾਈ ਨਾਨਕਸ਼ਾਹੀ ਅਰਥ ਵਿਵਸਥਾ ਨੂੰ ਸਮਝੀਏ। ਛੋਟੇ ਛੋਟੇ ਸਮੂਹ ਬਣਾ ਕੇ ਇਸ ਵਿਵਸਥਾ ਨੂੰ ਲਾਗੂ ਕਰਨ ਬਾਰੇ ਵਿਵੇਕੀ ਨਜ਼ਰੀਏ ਨਾਲ ਸੋਚੀਏ, ਤਾਂ ਕਿ ਸਾਰੀ ਮਾਨਵਤਾ ਆਨੰਦਮਈ ਜੀਵਨ ਜਿਉ ਸਕੇ। ਗੁਰੂ ਦਾ ਉਪਦੇਸ਼ ਸਾਰੀ ਮਾਨਵਤਾ ਵਾਸਤੇ ਹੈ। ਇੱਥੇ ਕੋਈ ਸੱਜੇ ਪੱਖੀ ਨਾ ਕੋਈ ਖੱਬੇ ਪੱਖੀ ਵਿਚਾਰਧਾਰਾ ਦਾ ਟਕਰਾਅ ਕੋਈ ਨਹੀਂ ਹੈ। ਇੱਥੇ ਤਾਂ ਜਿਵੇਂ ਗੁਰੂ ਸਾਹਿਬ ਰਾਗ ਮਾਂਝ ਮਹੱਲਾ 5 ਵਿੱਚ ਦੱਸਦੇ ਨੇ, ਸਭ ਕੋ ਆਸੇ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੂਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨ ਦਿਸਹਿ ਬਾਹਰਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।